बहुत ही प्यारे विद्यार्थियों, मेरे वालों ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। मैं डॉक्टर सुंदरजीत कौर बुट्टर, ਲੈਕਚਰਰ ਪੰਜਾਬੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਵਿਖੇ ਸੇਵਾ ਨਿਭਾ ਰਹੀ ਹਾਂ। ਪਿਆਰੇ ਬੱਚਿਓ, ਅੱਜ ਅਸੀਂ ਲਾਜ਼ਮੀ ਪੰਜਾਬੀ 12ਵੀਂ ਜਮਾਤ ਸੁਖਦੇਵ ਮਾਦਪੁਰੀ ਜੀ ਦਾ ਲੇਖ ਪੰਜਾਬ ਦੀਆਂ ਲੋਕ ਖੇਡਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਲੇਖ ਪੜ੍ਹੀਏ, ਇਸ ਦੇ ਲੇਖਕ ਜਿਹੜੇ ਆ ਸੁਖਦੇਵ ਮਾਦਪੁਰੀ ਬਾਰੇ ਥੋੜ੍ਹਾ ਜਿਹਾ ਜਾਣੀਏ। ਇਹਨਾਂ ਦੀ ਮਾਤਾ ਜੀ ਦਾ ਨਾਂ ਸ਼੍ਰੀਮਤੀ ਸੁਰਜੀਤ ਕੌਰ ਅਤੇ ਪਿਤਾ ਸਰਦਾਰ ਦਇਆ ਸਿੰਘ ਸੀ ਅਤੇ ਜਨਮ ਇਹਨਾਂ ਦਾ 12 ਜੂਨ 1935 ਈਸਵੀ ਨੂੰ ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। MA ਪੰਜਾਬੀ ਇਹਨਾਂ ਨੇ ਕੀਤੀ ਅਤੇ ਕਿੱਤਾ ਇਹਨਾਂ ਦਾ ਅਧਿਆਪਨ ਅਤੇ ਸਾਹਿਤਕਾਰੀ ਸੀ। ਸ੍ਰੀ ਸੁਖਦੇਵ ਮਾਦਪੁਰੀ ਪੰਜਾਬੀ ਸੱਭਿਆਚਾਰ ਅਤੇ ਲੋਕ ਸਾਹਿਤ ਨੂੰ ਪਰਨਾਈ ਹੋਈ ਸ਼ਖਸੀਅਤ ਹਨ। ਆਪ ਬਚਪਨ ਤੋਂ ਹੀ ਲੋਕ ਸਾਹਿਤ ਨਾਲ ਜੁੜੇ ਹੋਏ ਹਨ। ਆਪ ਨੇ ਪੰਜਾਬ ਦੇ ਪਿੰਡਾਂ ਵਿੱਚ ਬਜ਼ੁਰਗ ਔਰਤਾਂ, ਮਰਦਾਂ ਅਤੇ ਮੁਟਿਆਰਾਂ ਕੋਲ ਜਾ ਕੇ ਸੈਂਕੜੇ ਲੋਕ ਗੀਤਾਂ, ਲੋਕ ਕਹਾਣੀਆਂ, ਅਖਾਣਾਂ, ਬੁਝਾਰਤਾਂ ਅਤੇ ਲੋਕ ਖੇਡਾਂ ਨੂੰ ਦੇਖ ਕੇ, ਸੁਣ ਕੇ ਇਕੱਤਰ ਕੀਤਾ ਹੈ ਅਤੇ ਫਿਰ ਇਸ ਸਮੱਗਰੀ ਨੂੰ ਪੁਸਤਕਾਂ ਦੇ ਰੂਪ ਵਿੱਚ ਸੰਭਾਲਿਆ ਹੈ। ਇਸ ਤੋਂ ਇਲਾਵਾ ਆਪ ਵਰ੍ਹਿਆਂ ਬੱਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ 2 ਬਾਲ ਰਸਾਲਿਆਂ, ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਵੀ ਰਹੇ। ਲੋਕ ਖੇਡਾਂ ਬਾਰੇ ਆਪ ਦੀਆਂ 2 ਪੁਸਤਕਾਂ ਪੰਜਾਬ ਦੀਆਂ ਲੋਕ ਖੇਡਾਂ ਅਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪ ਨੇ ਪੰਜਾਬੀ ਲੋਕ ਸੰਸਕ੍ਰਿਤ, ਰੀਤੀ ਅਤੇ ਸੱਭਿਆਚਾਰ ਬਾਰੇ 3 ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ। ਪੰਜਾਬੀ ਸੱਭਿਆਚਾਰ, ਲੋਕ ਸਾਹਿਤ, ਬਾਲ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਆਪ ਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਨੇ ਦਵਿੰਦਰ ਸਤਿਆਰਥੀ ਪੁਰਸਕਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਤੁਹਾਡੇ ਜਿਹੜੇ ਸਿਲੇਬਸ ਵਿੱਚ ਬੱਚਿਓ ਇਹਨਾਂ ਦਾ ਲੇਖ ਆ ਪੰਜਾਬ ਦੀਆਂ ਲੋਕ ਖੇਡਾਂ। ਇਸ ਲੇਖ ਰਾਹੀਂ ਉਹਨਾਂ ਨੇ ਮਨੁੱਖੀ ਜੀਵਨ ਵਿੱਚ ਲੋਕ ਖੇਡਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ ਹੈ। ਉੱਥੇ ਲੋਕ ਖੇਡਾਂ ਦੀ ਪਰਿਭਾਸ਼ਾ, ਲੱਛਣ, ਲੋਕ ਖੇਡਾਂ ਦੀ ਵਰਗ ਵੰਡ ਅਤੇ ਲੋਕ ਖੇਡਾਂ ਖੇਡਣ ਦੀਆਂ ਵਿਧੀਆਂ ਬਾਰੇ ਭਰਪੂਰ ਚਰਚਾ ਕੀਤੀ ਹੈ। ਲੋਕ ਖੇਡਾਂ ਰਾਹੀਂ ਸਾਡੇ ਸਮਾਜ ਵਿੱਚ ਪੈਂਦੀ ਭਾਈਚਾਰਕ ਸਾਂਝ ਨੂੰ ਵੀ ਉਹਨਾਂ ਨੇ ਉਜਾਗਰ ਕੀਤਾ ਹੈ। ਤਾਂ ਆਓ ਪੜ੍ਹਦੇ ਹਾਂ ਪੰਜਾਬ ਦੀਆਂ ਲੋਕ ਖੇਡਾਂ। ਸਭ ਤੋਂ ਪਹਿਲਾਂ ਇਹਦੀ ਜਿਹੜੀ ਮੂਲ ਪ੍ਰਵਿਰਤੀ ਕੀ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਅਤੇ ਉਹ ਆਦਿ ਕਾਲ ਤੋਂ ਹੀ ਖੇਡਾਂ ਖੇਡਦਾ ਆਇਆ ਹੈ। ਉਹਨੇ ਆਪਣੇ ਸਰੀਰ, ਵਿੱਤ ਅਤੇ ਸੁਭਾਅ ਮੁਤਾਬਕ ਬਹੁਤ ਸਾਰੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਜਿੱਥੇ ਇੱਕ ਸਹਿਜ ਕਰਮ ਹੈ, ਉੱਥੇ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਵੀ ਹਿੱਸਾ ਪਾਉਂਦਾ ਹੈ। ਖੇਡ ਕਿਰਿਆ ਬੱਚੇ ਦੇ ਜਨਮ ਦੇ ਨਾਲ ਹੀ ਆਰੰਭ ਹੋ ਜਾਂਦੀ ਹੈ। ਜਨਮ ਤੋਂ ਕੁਝ ਦਿਨਾਂ ਪਿੱਛੋਂ ਹੀ ਬੱਚਾ ਲੱਤਾਂ ਬਾਹਾਂ ਮਾਰ ਕੇ ਖੇਡਣਾ ਆਰੰਭ ਕਰ ਦਿੰਦਾ ਹੈ, ਜੋ ਉਸ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦਾ ਸੂਚਕ ਹੁੰਦਾ ਹੈ। ਇਹ ਮਨੁੱਖ ਨੂੰ ਸਰੀਰਕ ਬਲ ਵੀ ਦਿੰਦੀਆਂ ਹਨ ਅਤੇ ਉਸ ਦਾ ਮਨੋਰੰਜਨ ਵੀ ਕਰਦੀਆਂ ਹਨ। ਹੁਣ ਅਸੀਂ ਜਿਹੜੀਆਂ ਵੱਖਰੀਆਂ ਵੱਖਰੀਆਂ ਬਚਪਨ ਤੋਂ ਹੀ ਜਿਹੜੀਆਂ ਖੇਡਾਂ ਸ਼ੁਰੂ ਹੋ ਜਾਂਦੀਆਂ, ਉਹਨਾਂ ਸਾਰਿਆਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਜਿਸ ਤਰ੍ਹਾਂ ਪੁੱਗਣਾ, ਬੱਚੇ ਆਪਣੀ ਖੇਡ ਆਰੰਭ ਕਰਨ ਤੋਂ ਪਹਿਲਾਂ ਪੁੱਗਦੇ ਹਨ। ਉਹ ਇੱਕ ਦਾਇਰੇ ਵਿੱਚ ਖੜ੍ਹੇ ਹੋ ਜਾਂਦੇ ਹਨ। ਇੱਕ ਜਣਾ ਇਕੱਲੇ ਇਕੱਲੇ ਨੂੰ ਹੱਥ ਲਾ ਕੇ ਛੰਦ ਬੋਲਦਾ ਹੈ। ਗੁੜ ਖਾਵਾਂ, ਵੇਲ ਵਧਾਵਾਂ, ਮੂਲੀ ਪੱਤਰਾ, ਪੱਤਰੇ ਵਾਲੇ ਘੋੜੇ ਆਏ, ਹੱਥ ਕੁਤਾੜੀ, ਪੈਰ ਕੁਤਾੜੀ, ਨਿਕਲ ਬਾਲਿਆ ਤੇਰੀ ਵਾਏ। ਆਖਰੀ ਸ਼ਬਦ ਬੋਲਣ ਸਮੇਂ ਜਿਸ ਬੱਚੇ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ। ਇਸ ਤਰ੍ਹਾਂ ਹੋਰਨਾਂ ਨੂੰ ਪੁਗਾਉਣ ਲਈ ਇਹ ਛੰਦ ਵਾਰ-ਵਾਰ ਬੋਲਿਆ ਜਾਂਦਾ ਹੈ। ਪੁੱਗਣ ਦਾ ਵੀ ਇੱਕ ਹੋਰ ਤਰੀਕਾ ਹੈ। ਜਿੰਨੇ ਬੱਚੇ ਖੇਡ ਵਿੱਚ ਹਿੱਸਾ ਲੈਣਾ ਚਾਹੁੰਦੇ ਹੋਣ, ਉਹਨਾਂ ਵਿੱਚੋਂ ਪਹਿਲਾਂ 3 ਜਣੇ ਆਪੋ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਇੱਕ ਦੂਜੇ ਦੇ ਹੱਥ ਫੜ ਕੇ ਹਵਾ ਵਿੱਚ ਉਛਾਲਦੇ ਹਨ ਅਤੇ ਆਪਣੇ ਹੱਥ ਪੁੱਠੇ ਸਿੱਧੇ ਰੱਖਦੇ ਹਨ। ਜੇਕਰ ਤਿੰਨਾਂ ਵਿੱਚੋਂ 2 ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਅਤੇ ਇੱਕ ਦੇ ਉਹਨਾਂ ਨਾਲ ਉਲਟੇ ਹੋਣ ਤਾਂ ਉਹ ਪੁੱਗ ਜਾਂਦਾ ਹੈ। ਉਸ ਦੀ ਥਾਂ ਅਗਲਾ ਬੱਚਾ ਉਹਨਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਪੁੱਗਣ ਲਈ ਫਿਰ ਉਹ ਕਿਰਿਆ ਦੁਹਰਾਈ ਜਾਂਦੀ ਹੈ। ਇਸ ਤਰ੍ਹਾਂ ਅੰਤ ਵਿੱਚ ਜਿਹੜਾ ਪੁੱਗਣੋਂ ਰਹਿ ਜਾਵੇ, ਉਸ 'ਤੇ ਸਿਰ ਦਾਈ ਆ ਜਾਂਦੀ ਹੈ। ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਲੋਕ ਖੇਡਾਂ, ਜਿਹੜੀਆਂ ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ, ਇਹਨਾਂ ਵਿੱਚੋਂ ਆੜੀ ਮਲੱਕਣ ਦਾ ਨਿਯਮ ਪਹਿਲੋਂ ਅਪਣਾਇਆ ਜਾਂਦਾ। ਇਹਨਾਂ ਖੇਡਾਂ ਦੇ ਵਿੱਚ ਇਹ ਖੇਡਾਂ ਵਾਂ ਰੱਸਾ ਕੱਸੀ, ਸ਼ੱਕਰ ਭਿੱਜੀ, ਲੂਣ ਮਿਆਣੀ, ਕਾਂਗਾ ਕਾਗੜੇ, ਟਿਬਲਾ ਟਿਬਲੀ।
ਤੇ ਜਦੋਂ ਆੜੀ ਮਲਕਿਆ ਜਾਂਦਾ ਤੇ ਖੇਡ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਬੱਚੇ ਇੱਕ ਥਾਂ ਇਕੱਠੇ ਬੈਠ ਜਾਂਦੇ ਹਨ। ਇਹਨਾਂ ਵਿੱਚੋਂ 2 ਜਾਣੇ ਇੱਕ ਟੋਲੀ ਦੇ ਮੁਖੀ ਬਣ ਕੇ ਇੱਕ ਪਾਸੇ ਬੈਠ ਜਾਂਦੇ ਹਨ। ਬਾਕੀ ਬੱਚਿਆਂ ਵਿੱਚੋਂ 2 ਜਾਣੇ ਇੱਕ ਪਾਸ ਜਾ ਕੇ ਆਪਣਾ ਫਰਜ਼ੀ ਨਾਂ ਰੱਖਦੇ ਹਨ। ਫਰਜ਼ ਕਰੋ ਆਪਣਾ ਨਾਂ ਸੋਨਾ ਤੇ ਚਾਂਦੀ ਰੱਖਦੇ ਹਨ। ਫਿਰ ਉਹ ਗਲਵੱਕੜੀ ਪਾ ਕੇ ਟੋਲੀਆਂ ਦੇ ਮੁਖੀਆਂ ਕੋਲ ਆ ਕੇ ਪੁੱਛਦੇ ਹਨ, ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ। ਇੱਕ ਟੋਲੀ ਦਾ ਮੁਖੀ ਸੋਨਾ ਮੰਗਦਾ ਹੈ ਤਾਂ ਸੋਨਾ ਨਾਂ ਵਾਲਾ ਬੱਚਾ ਉਸ ਦੀ ਟੋਲੀ ਵਿੱਚ ਜਾ ਬੈਠਦਾ ਹੈ ਤੇ ਚਾਂਦੀ ਦੂਜੇ ਦੀ ਟੋਲੀ ਵਿੱਚ। ਇਸ ਤਰ੍ਹਾਂ ਸਾਰੇ ਬੱਚੇ ਚੁਣੇ ਜਾਂਦੇ ਹਨ। ਪੁੱਗਣ ਤੇ ਆੜੀ ਅਲੱਕਣ ਸਮੇਂ ਬੱਚੇ ਬੜੇ ਠਹਿਰਾਓ ਨਾਲ ਗੀਤ ਗਾਉਂਦੇ ਹਨ। ਉੱਕੜ ਦੁੱਕੜ ਭੰਬਾ ਬੋ, 80 90 ਪੂਰਾ 100, 100 ਸਲੋਟਾ, ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਖੋਟੇ ਦੀ ਖਟਿਆਈ, ਬੇਬੇ ਦੌੜੀ ਦੌੜੀ ਆਈ। ਖੇਡਦੇ ਸਮੇਂ ਛੂਹੇ ਜਾਣ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮਿੱਟੀ ਨਾ ਦੇਵੇ ਤਾਂ ਸਮਝਿਆ ਜਾਂਦਾ ਹੈ ਕਿ ਰੱਬ ਉਸ ਦੇ ਸਿਰ ਉੱਤੇ ਭਾਰ ਚਾੜੇਗਾ। ਜੇਕਰ ਕੋਈ ਬੱਚਾ ਆਪਣੀ ਮਿੱਟੀ ਛੱਡ ਕੇ ਨੱਸ ਜਾਂਦਾ ਹੈ ਤਾਂ ਦੂਜੇ ਬੱਚੇ ਗੀਤ ਗਾਉਂਦੇ ਹੋਏ ਉਸ ਦੇ ਘਰ ਤੱਕ ਜਾਂਦੇ ਹਨ। ਸਾਡੀ ਪਿੱਤ ਦੱਬਣਾ, ਘਰ ਦੇ ਬੂਹੇ ਚੱਬਣਾ, ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਚਾਹੇ ਰੋ ਤੇ ਚਾਹੇ ਪਿੱਟ। ਮਨੋਰੰਜਨ ਦਾ ਜਿਹੜੀਆਂ ਖੇਡਾਂ ਵਾ ਬਹੁਤ ਵੱਡਾ ਸਾਧਨ ਹੈ। ਇਹ ਆਦਿ ਕਾਲ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਸਾਧਨ ਰਹੀਆਂ ਹਨ। ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਸਨ। ਆਥਣ ਵੇਲੇ ਪਿੰਡ ਦੀ ਜੂਹ ਵਿੱਚ ਖੇਡੀਆਂ ਜਾਂਦੀਆਂ ਸਨ। ਸਾਰੇ ਪਿੰਡ ਦੇ ਬੱਚੇ ਬਿਨਾਂ ਕਿਸੇ ਵਿਤਕਰੇ ਤੋਂ ਰਲ ਮਿਲ ਕੇ ਖੇਡਦੇ ਤੇ ਇਹਨਾਂ ਦਾ ਆਨੰਦ ਮਾਣਦੇ ਸਨ। ਸਾਰਾ ਪਿੰਡ ਰਲ ਕੇ ਖਿਡਾਰੀਆਂ ਦੀਆਂ ਖੁਰਾਕਾਂ ਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕਰਦਾ ਹੈ ਤੇ ਮੇਲਿਆਂ ਵਿੱਚ ਕਿਸੇ ਦਾ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਦਾ ਮੂੰਗਫਲੀਆਂ ਫੇਰਨਾ, ਬੋਰੀ ਚੁੱਕਣਾ, ਰੱਸਾਕੱਸ਼ੀ, ਕਬੱਡੀ ਵਿੱਚ ਬਾਜੀ ਮਾਰਨਾ ਸਾਡੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ। ਸੱਚਮੁੱਚ ਪਿੰਡ ਦੀ ਸ਼ਾਨ ਲਈ ਰਲ ਮਿਲ ਕੇ ਖੇਡਿਆ ਜਾਂਦਾ ਸੀ। ਖੇਡਾਂ ਦੇ ਆਰ ਵਿੱਚ ਲੱਗੇ ਨੌਜਵਾਨ ਘੱਟ ਹੀ ਕੁਰਾਏ ਪੈਂਦੇ ਸਨ। ਮੁੰਡੇ ਕੁੜੀਆਂ, ਬੁੱਢੀ ਮਾਈ, ਭੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਦਾਈਆਂ ਦੂਕ ਦੂੜ ਕੇ, ਬਾਂਦਰ ਕੀਲਾ, ਕਿਣਮਿਣ ਕਾਣੀ, ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਅੰਨਾ ਝੋਟਾ, ਪੂਛ ਪੂਛ, ਗੁੱਲੀ ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾ ਕਾਂਗੜੇ, ਅਖਰੋਟ ਤੇ ਸ਼ੱਕਰ ਭਿੱਜੀ ਖੇਡਾਂ ਦਾ ਖੂਬ ਆਨੰਦ ਮਾਣਦੇ ਸਨ। ਅੱਗੇ ਆ ਜਾਂਦੀਆਂ ਕੁਸ਼ਤੀਆਂ। ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਦਾ ਕੇਂਦਰ ਰਹੀਆਂ ਹਨ ਤੇ ਪਿੰਡਾਂ ਵਿੱਚ ਹਰ ਵਰ੍ਹੇ ਛਿੰਝਾਂ ਪੈਂਦੀਆਂ ਤੇ ਮੇਲਿਆਂ ਵਿੱਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ, ਜਿਨ੍ਹਾਂ ਤੋਂ ਪੰਜਾਬੀ ਗੱਭਰੂਆਂ ਨੂੰ ਸਾਹਸ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਹੁੰਦਾ ਸੀ। ਪੰਜਾਬ ਦੀ ਧਰਤੀ ਤੇ ਹੀ ਗਾਮਾ, ਗੂੰਗਾ, ਮੇਹਰਦੀਨ, ਕੇਸਰ ਸਿੰਘ, ਦਾਰਾ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ। ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ, ਜਿਸ ਤੋਂ ਇਹਨਾਂ ਦੇ ਸੁਭਾਅ, ਮਰਦਾਊਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ, ਸੌਚੀ ਪੱਕੀ ਕਬੱਡੀ ਦੀਆਂ ਹੋਰ ਹਰਮਨ ਪਿਆਰੀਆਂ ਕਿਸਮਾਂ ਹਨ। ਅੱਜ ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਡ ਕਬੱਡੀ ਪ੍ਰਚਲਿਤ ਹੈ। ਵਪਾਰ ਦੇ ਮੇਲੇ ਵਿੱਚ ਹੁੰਦੇ ਸੌਂਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ। ਇਹ ਖੇਡ ਬਾਕਸਿੰਗ ਨਾਲ ਮਿਲਦੀ ਜੁਲਦੀ ਹੈ। ਖਿੱਦੋ ਖੂੰਡੀ ਤੇ ਲੂਣ ਦੇ ਲੱਲੇ, ਇਹ ਜਿਹੜੀ ਖੇਡ ਵਾ ਬੜੀ ਰੌਚਕ ਆ। ਇਹ ਖਿੱਦੂਆਂ ਤੇ ਕਿੱਕਰਾਂ ਬੇਰੀਆਂ ਦੇ ਖੁੰਡਿਆਂ ਨਾਲ ਖੇਡੀਆਂ ਜਾਂਦੀਆਂ ਹਨ। ਖਿੱਦੋ ਖੂੰਡੀ ਦੀ ਥਾਂ ਹੁਣ ਹਾਕੀ ਨੇ ਲੈ ਲਈ ਹੈ ਤੇ ਲੂਣ ਤੇ ਲੱਲੇ ਕ੍ਰਿਕਟ ਵਿੱਚ ਜਾ ਸਮੋਏ ਹਨ। ਲੱਲਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲ੍ਹੀ ਥਾਂ 'ਤੇ ਖੇਡੀ ਜਾਂਦੀ ਸੀ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਸਾਰੇ ਖਿਡਾਰੀ 3-3, 4-4 ਮੀਟਰ ਦੇ ਫਾਸਲੇ ਉੱਤੇ 3-4 ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟਦੇ, ਜਿਨ੍ਹਾਂ ਨੂੰ ਲੱਲੇ ਕਿਹਾ ਜਾਂਦਾ ਹੈ। ਇਹਨਾਂ ਵਿੱਚ ਸਾਰੇ ਖਿਡਾਰੀ ਆਪਣੇ ਖੂੰਡਿਆਂ ਨੂੰ ਰੱਖ ਕੇ ਖੜ੍ਹੇ ਹੋ ਜਾਂਦੇ। ਇੱਕ ਜਣਾ ਜ਼ੋਰ ਨਾਲ ਖਿੱਦੋ ਨੂੰ ਟੱਲਾ ਮਾਰਦਾ ਤੇ ਦਾਈ ਵਾਲਾ ਖਿੱਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਦੇ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ। ਜੇਕਰ ਖਿੱਦੋ ਖਿਡਾਰੀ ਨੂੰ ਲੱਗ ਜਾਂਦੀ ਤਾਂ ਉਸ 'ਤੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੂੰਡਾ ਤੇ ਲੱਲਾ ਦਾਈ ਵਾਲੇ ਨੂੰ ਸੌਂਪ ਦਿੰਦਾ। ਖੇਡ ਨੂੰ ਮਗਾਈ ਰੱਖਣ ਦੀ ਲਈ ਖਿਡਾਰੀ ਆਪਣੇ ਲੱਲੇ ਛੱਡ ਕੇ ਖਿੱਦੋ ਮਗਰ ਦੌੜਦੇ। ਜੇਕਰ ਦਾਈ ਵਾਲਾ ਕਿਸੇ ਦੇ ਲੱਲੇ ਵਿੱਚ ਪੈਰ ਰੱਖਦਾ ਤਾਂ ਦਾਈ ਉਸ 'ਤੇ ਸਿਰ ਆ ਜਾਂਦੀ। ਹੁਣ ਇਹ ਖੇਡ ਅਲੋਪ ਹੋ ਚੁੱਕੀ ਹੈ। ਅੱਡੀ ਛੜੱਪਾ, ਜਿਹਨੂੰ ਅੱਡੀ ਟੱਪਾ ਵੀ ਕੁੜੀਆਂ ਕਿਹਾ ਜਾਂਦਾ, ਇਹ ਕੁੜੀਆਂ ਦੀ ਖੇਡ ਹੈ, ਜਿਸ ਨੂੰ 2 ਟੋਲੀਆਂ ਬਣਾ ਕੇ ਖੇਡਦੀਆਂ ਕੁੜੀਆਂ
ਹਰ ਟੋਲੀ ਵਿੱਚ 4-5 ਕੁੜੀਆਂ ਹੁੰਦੀਆਂ ਹਨ। ਇਸ ਤਰ੍ਹਾਂ ਹੀ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਤੇ ਸਰੀਰਕ ਤਾਕਤ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ। ਸ਼ੱਕਰ ਭਿੱਜੀ ਮੁੰਡਿਆਂ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਹ 4-4, 5-5 ਖਿਡਾਰੀਆਂ ਦੀਆਂ 2 ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਜਿਸ ਟੋਲੀ ਵਿੱਚ ਸਿਰਦਾਈ ਹੋਵੇ ਉਹ ਇੱਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖੜੇ ਹੋ ਜਾਂਦੇ ਹਨ। ਮੋਹਰਲੇ ਬੱਚੇ ਨੇ ਸਹਾਰੇ ਲਈ ਕੰਧ ਜਾਂ ਦਰਖਤ ਨੂੰ ਹੱਥ ਪਾਏ ਹੁੰਦੇ ਹਨ। ਕਈ ਵਾਰੀ ਉਹ ਆਪਣੇ ਗੋਡਿਆਂ ਉੱਤੇ ਵੀ ਹੱਥ ਰੱਖ ਲੈਂਦਾ ਹੈ। ਦੂਜੀ ਟੋਲੀ ਦਾ ਇੱਕ ਇੱਕ ਖਿਡਾਰੀ ਵਾਰੀ-ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੂਸੀ ਮਾਰ ਕੇ ਕਤਾਰ ਵਿੱਚ ਝੁਕੇ ਹੋਏ ਖਿਡਾਰੀਆਂ ਉੱਤੇ ਚੜ੍ਹ ਜਾਂਦਾ ਹੈ। ਇਸ ਪ੍ਰਕਾਰ ਸਾਰੇ ਖਿਡਾਰੀ ਇੱਕ ਲੰਮੀ ਘੋੜੀ ਉੱਤੇ ਚੜ੍ਹ ਜਾਂਦੇ ਹਨ ਤੇ ਉਹ ਇੱਕ ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵਲ ਲੈਂਦੇ ਹਨ। ਹੇਠਲੇ ਖਿਡਾਰੀ ਝੁਕ ਕੇ ਤੇ ਹਿੱਲ ਜੁਲ ਕੇ ਉੱਪਰਲੇ ਖਿਡਾਰੀਆਂ ਦੇ ਪੈਰ ਧਰਤੀ ਉੱਤੇ ਲਾਉਣ ਦਾ ਯਤਨ ਕਰਦੇ ਹਨ। ਜਦੋਂ ਕਿਸੇ ਦਾ ਪੈਰ ਧਰਤੀ ਨੂੰ ਛੂਹ ਜਾਵੇ ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਜੇਕਰ ਕਿਸੇ ਦਾ ਪੈਰ ਵੀ ਹੇਠਾਂ ਨਾ ਲੱਗੇ ਤਾਂ ਹੇਠਲੀ ਟੋਲੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ, ਸ਼ੱਕਰ ਭਿੱਜੀ ਕਿ ਨਾ। ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਹਨਾਂ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉਤਰ ਕੇ ਇੱਕ ਦੂਜੇ ਦਾ ਲੱਕ ਫੜ ਕੇ ਘੋੜੀ ਬਣ ਜਾਂਦੇ ਹਨ ਤੇ ਹੇਠਲੇ ਪਹਿਲੀ ਰੀਤੀ ਅਨੁਸਾਰ ਹੀ ਉਹਨਾਂ ਦਾ ਸਵਾਰੀ ਕਰਦੇ ਹਨ। ਇਸ ਤਰ੍ਹਾਂ ਇਹ ਖੇਡ ਜਾਰੀ ਰਹਿੰਦੀ ਹੈ। ਡੰਡ ਪਲਾਂਘੜਾ, ਪੀਲ ਪਲੀਂਗਣ ਜਾਂ ਡੰਡਾ ਡੁੱਕ ਗਰਮੀਆਂ ਵਿੱਚ ਪਿੱਪਲਾਂ, ਬੋਹੜਾਂ ਤੇ ਟਾਹਣੀਆਂ ਦੇ ਰੁੱਖਾਂ ਹੇਠ ਖੇਡੀ ਜਾਂਦੀ ਹੈ। ਪੁੱਗ ਕੇ ਦਾਈ ਬਣਿਆ ਖਿਡਾਰੀ ਦਾਈ ਦਿੰਦਾ ਹੈ ਤੇ ਬਾਕੀ ਸਾਰੇ ਰੁੱਖ ਉੱਤੇ ਚੜ੍ਹ ਜਾਂਦੇ ਹਨ। ਰੁੱਖ ਹੇਠ ਇੱਕ ਦਾਇਰੇ ਵਿੱਚ 2 ਫੁੱਟ ਦਾ ਇੱਕ ਡੰਡਾ ਰੱਖਿਆ ਜਾਂਦਾ ਹੈ। ਰੁੱਖ ਤੋਂ ਹੇਠਾਂ ਉਤਰ ਕੇ ਇੱਕ ਖਿਡਾਰੀ ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਲੱਤ ਹੇਠੋਂ ਘੁਮਾਉਂਦਾ ਹੋਇਆ ਦੂਰ ਸੁੱਟ ਕੇ ਮੁੜ ਰੁੱਖ ਉੱਤੇ ਚੜ੍ਹ ਜਾਂਦਾ ਹੈ। ਦਾਈ ਵਾਲਾ ਦੌੜ ਕੇ ਡੰਡੇ ਨੂੰ ਚੁੱਕ ਕੇ ਮੁੜ ਦਾਇਰੇ ਵਿੱਚ ਰੱਖ ਦਿੰਦਾ ਹੈ ਤੇ ਬਾਕੀ ਖਿਡਾਰੀਆਂ ਨੂੰ ਛੂਹਣ ਲਈ ਰੁੱਖ ਉੱਤੇ ਚੜ੍ਹਦਾ ਹੈ। ਦੂਜੇ ਖਿਡਾਰੀ ਟਹਿਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ, ਦਾਈ ਉਸ 'ਤੇ ਸਿਰ ਆ ਜਾਂਦੀ ਹੈ। ਇਸ ਤਰ੍ਹਾਂ ਖੇਡ ਅੱਗੇ ਚੱਲਦੀ ਰਹਿੰਦੀ ਹੈ। ਅੱਗੇ ਆ ਬੱਚਿਓ ਬਾਂਦਰ ਕੀਲਾ। ਬਾਂਦਰ ਕੀਲਾ ਖੇਡ ਆਮ ਕਰਕੇ ਸਰਦੀਆਂ ਦੀ ਰੁੱਤ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਮੈਦਾਨ ਵਿੱਚ ਕੀਲਾ ਗੱਡ ਕੇ ਉਸ ਦੇ ਨਾਲ 3-4 ਮੀਟਰ ਲੰਮੀ ਰੱਸੀ ਬੰਨ੍ਹੀ ਜਾਂਦੀ ਹੈ। ਕੀਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਦਾਈ ਵਾਲਾ ਰੱਸੀ ਨੂੰ ਫੜ ਕੇ ਕੀਲੇ ਦੁਆਲੇ ਬਾਂਦਰ ਵਾਂਗ ਟਪੂਸੀਆਂ ਮਾਰਦਾ ਹੋਇਆ ਘੁੰਮਦਾ ਹੈ ਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਖਿਡਾਰੀ 4 ਪਾਸਿਆਂ ਤੋਂ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ ਤੇ ਦਾਈ ਵਾਲਾ ਉਹਨਾਂ ਨੂੰ ਹੱਥਾਂ ਪੈਰਾਂ ਨਾਲ ਛੂਹਦਾ ਹੈ। ਜਿਸ ਨੂੰ ਉਹ ਛੂਹ ਲਵੇ, ਦਾਈ ਉਸੇ ਦੇ ਸਿਰ ਆ ਜਾਂਦੀ ਹੈ। ਜੇਕਰ ਉਹ ਨਾ ਛੂਹ ਸਕੇ ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਉਹ ਕੀਲੇ ਵਾਲੀ ਥਾਂ ਤੋਂ 25-30 ਮੀਟਰ ਦੂਰ ਜਾ ਕੇ ਖੜਾ ਹੋ ਜਾਂਦਾ ਹੈ। ਬਾਕੀ ਖਿਡਾਰੀ ਆਪਣੀਆਂ ਜੁੱਤੀਆਂ ਚੁੱਕ ਕੇ ਕੀਲੇ ਦੇ ਕੋਲ ਹੀ ਲਾਈਨ ਬਣਾ ਕੇ ਖੜੇ ਹੋ ਜਾਂਦੇ ਹਨ। ਦਾਈ ਵਾਲਾ ਇਹਨਾਂ ਵੱਲ ਚੰਮ ਦੀਆਂ ਰੋਟੀਆਂ, ਚਿੱਚੜਾਂ ਦੀ ਦਾਲ ਖਾ ਲਓ ਮੁੰਡਿਓ ਸਵਾਦਾਂ ਨਾਲ ਕਹਿੰਦਾ ਹੋਇਆ ਸੂਟ ਵੱਟ ਕੇ ਇਹਨਾਂ ਵੱਲ ਦੌੜਦਾ ਹੈ। ਦੂਜੇ ਖਿਡਾਰੀ ਇਸ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਉਸ ਉੱਤੇ ਜੁੱਤੀਆਂ ਦੀ ਵਰਖਾ ਕਰਦੇ ਹਨ। ਜਦੋਂ ਤੱਕ ਦਾਈ ਵਾਲਾ ਕੀਲੇ ਕੋਲ ਪਹੁੰਚ ਕੇ ਮੁੜ ਰੱਸੀ ਨਹੀਂ ਫੜ ਲੈਂਦਾ, ਤਦੋਂ ਤੱਕ ਉਸ ਦੇ ਸਿਰ ਉੱਤੇ ਜੁੱਤੀਆਂ ਵਰਤਦੇ ਰਹਿੰਦੀਆਂ ਹਨ। ਬੱਚੇ ਫਿਰ ਜੁੱਤੀਆਂ ਕੀਲੇ ਕੋਲ ਰੱਖ ਦਿੰਦੇ ਹਨ। ਜਦ ਤੱਕ ਉਹ ਕਿਸੇ ਨੂੰ ਛੂਹ ਨਾ ਲਵੇ, ਦਾਈ ਉਸੇ ਸਿਰ ਹੀ ਰਹਿੰਦੀ। ਇਸ ਤਰ੍ਹਾਂ ਗੁੱਲੀ ਡੰਡਾ, ਲੂਣ ਮਿਆਣੀ, ਕੂਕਾ ਕਾਂਗੜੇ ਤੇ ਟਿਬਲਾ ਟਿਬਲੀ ਮੁੰਡਿਆਂ ਦੇ ਰੋਚਕ ਖੇਡਾਂ ਹਨ। 12 ਠੀਕਰੀ, 12 ਟਾਹਣੀ, ਸ਼ਤਰੰਜ, ਚੌਪੜ, ਤਾਸ਼, ਬੋੜ ਖੂਹ, ਖੱਡਾ ਆਦਿ ਵਡੇਰਿਆਂ ਦੀ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ। ਇਹ ਖੇਡਾਂ ਸਭ ਅਲੋਪ ਹੋ ਗਈਆਂ। ਅੱਜ ਇਹ ਖੇਡਾਂ ਸਾਡੇ ਲੋਕ ਜੀਵਨ ਵਿੱਚ ਨਹੀਂ ਰਹੀਆਂ। ਅੱਜ ਨਾ ਪਿੰਡਾਂ ਵਿੱਚ ਖੇਡਣ ਲਈ ਜੂਹਾਂ ਹਨ ਤੇ ਨਾ ਕਿਸੇ ਕੋਲ ਵੇਲ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ ਸੰਭਾਲ ਤੇ ਸਰਜੀਤੀ ਬਹੁਤ ਜ਼ਰੂਰੀ ਹੈ। ਇਹ ਸਾਨੂੰ ਆਪਣੀ ਸ਼ਕਤੀਸ਼ਾਲੀ ਵਿਰਾਸਤ ਨਾਲ ਜੋੜਦੀਆਂ ਹਨ। ਪਿਆਰੇ ਬੱਚਿਓ, ਅਸੀਂ ਸੁਖਦੇਵ ਮਾਧਪੁਰੀ ਜੀ ਦਾ ਲੇਖ ਪੰਜਾਬ ਦੀਆਂ ਲੋਕ ਖੇਡਾਂ ਪੜ੍ਹਿਆ ਤੇ ਅਸੀਂ ਇਸ ਲੇਖ ਦੇ ਵਿੱਚੋਂ ਇਹ ਜਾਣਿਆ ਕਿ ਸਾਡੇ ਜਿਹੜੇ ਸੱਭਿਆਚਾਰ ਦੇ ਵਿੱਚ ਸੀਗੀਆਂ ਪੰਜਾਬ ਦੀਆਂ ਲੋਕ ਖੇਡਾਂ ਸਨ, ਜਿਸ ਦੇ ਨਾਲ ਸਾਰੇ ਜਿਹੜੇ ਪੰਜਾਬੀ ਸੀ ਉਹਨਾਂ ਦੇ ਸਰੀਰ ਦੀ ਡਿਵੈਲਪਮੈਂਟ ਵੀ ਹੁੰਦੀ ਸੀ, ਸਰੀਰ ਵੀ ਤੰਦਰੁਸਤ ਰਹਿੰਦਾ ਸੀ ਤੇ ਮਨੋਰੰਜਨ ਵੀ ਹੁੰਦਾ ਸੀ। ਜਿਹੜਾ ਕਿ ਹੁਣ
ਸਾਡੀ ਜਿਹੜੀ ਆ ਮਾਡਰਨ ਸੁਸਾਇਟੀ ਦਾ ਕਰਕੇ ਬੱਚਿਆਂ ਨੇ ਉਹ ਖੇਡਾਂ ਛੱਡ ਦਿੱਤੀਆਂ, ਮੋਬਾਈਲ ਦੀਆਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸੁਨੇਹਾ ਜਿਹੜਾ ਵਾ ਦੇਣ ਦੀ ਕੋਸ਼ਿਸ਼ ਕੀਤੀ ਆ ਲੇਖਕ ਨੇ ਕਿ ਉਹ ਜਿਹੜੀਆਂ ਖੇਡਾਂ ਸੀਗੀਆਂ ਇੱਕ ਤੰਦਰੁਸਤ ਪੰਜਾਬੀ ਵਾਸਤੇ ਬਹੁਤ ਜ਼ਰੂਰੀ ਸਨ। ਇਹ ਵਿਰਸਾ ਸਾਨੂੰ ਸੰਭਾਲਣਾ ਬਹੁਤ ਜ਼ਰੂਰੀ ਸੀ, ਜਿਸ ਨੂੰ ਅਸੀਂ ਵਿਸਾਰ ਚੁੱਕੇ ਹਾਂ। ਤੇ ਵੇਖੋ ਬੱਚਿਓ, ਇਹ ਤੁਹਾਨੂੰ ਪੰਜਾਬ ਦੀਆਂ ਲੋਕ ਖੇਡਾਂ ਜਿਹੜਾ ਪਾਠ ਆ, ਸਿਲੇਬਸ ਦੇ ਅਨੁਸਾਰ ਇਸ ਵਿੱਚੋਂ ਕੁਝ ਵਸਤੂਨਿਸ਼ਟ ਪ੍ਰਸ਼ਨ ਆਉਣੇ ਆ, ਛੋਟੇ ਪ੍ਰਸ਼ਨ ਆਉਣੇ ਆ, ਜਿਸ ਦੇ ਵਿੱਚ ਜਿਸ ਤਰ੍ਹਾਂ ਆ ਜਾਂਦਾ ਕਿ ਇਹ ਜਿਹੜਾ ਪੰਜਾਬ ਦੀਆਂ ਲੋਕ ਖੇਡਾਂ ਇਹ ਕਿਸ ਲੇਖਕ ਨੇ ਲਿਖੀ। ਤੇ ਤੁਸੀਂ ਜਿਹੜਾ ਹੁਣੇ ਆਪਾਂ ਪੜ੍ਹਿਆ ਵਾ ਲੇਖਕ ਦਾ ਨਾਂ ਸੁਖਦੇਵ ਮਾਦਪੁਰੀ, ਤੁਸੀਂ ਉੱਤਰ ਦਿਓ। ਖੇਡਣਾ ਇੱਕ ਸਹਿਜ ਕਰਮ ਹੈ, ਦੱਸੋ ਹਾਂ ਜਾਂ ਨਾ, ਤੇ ਇਹਦਾ ਤੁਸੀਂ ਉੱਤਰ ਦੇਣਾ। ਇਸੇ ਤਰ੍ਹਾਂ ਵੱਡੇ ਪ੍ਰਸ਼ਨ ਵੀ ਤੁਹਾਨੂੰ ਆਉਣਗੇ। ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਦੱਸੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਜਿਸ ਤਰ੍ਹਾਂ ਅਸੀਂ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਜਦੋਂ ਤੋਂ ਬੱਚਾ ਜਨਮ ਲੈਂਦਾ ਉਦੋਂ ਤੋਂ ਹੀ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦਾ, ਉਹ ਵੀ ਇੱਕ ਖੇਡ। ਇਸੇ ਤਰ੍ਹਾਂ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਤੇ ਨਿੱਕੀਆਂ ਨਿੱਕੀਆਂ ਖੇਡਾਂ ਤੋਂ ਉਹ ਖੇਡ ਜਿਹੜੀਆਂ ਆਮ ਘਰਾਂ ਵਿੱਚ ਖੇਡੀਆਂ ਜਾਂਦੀਆਂ ਉਹ ਖੇਡਣਾ ਸ਼ੁਰੂ ਕਰਦਾ ਵਾ। ਤੇ ਇਸੇ ਤਰ੍ਹਾਂ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਤੇ ਅਨੇਕਾਂ ਹੀ ਖੇਡਾਂ ਜਿਹੜੀਆਂ ਉਹਦੇ ਆਲੇ ਦੁਆਲੇ ਜਿਹੜੀਆਂ ਘੁੰਮ ਰਹੀਆਂ ਹੁੰਦੀਆਂ, ਉਹ ਸਾਰੀਆਂ ਖੇਡਾਂ ਉਹ ਖੇਡਦਾ। ਉਹਦੀ ਮੂਲ ਪ੍ਰਵਿਰਤੀ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਖੇਡਾਂ ਖੇਡਣਾ। ਲੋਕ ਖੇਡਾਂ ਮਨੁੱਖ ਨੂੰ ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਆਤਮਿਕ, ਸਭ ਤੋਂ ਪਹਿਲਾਂ ਭਾਵਨਾ ਕਿ ਵੀ ਆਤਮਿਕ ਖੁਸ਼ੀ ਉਹਨੂੰ ਦਿੰਦੀਆਂ ਵਾ, ਆਪਣੇ ਮਨ ਦੀ ਖੁਸ਼ੀ ਦਿੰਦੀਆਂ, ਮਨੋਰੰਜਨ ਕਰਦੀਆਂ। ਫਿਰ ਜਿਹੜੇ ਆ ਅੱਗੇ ਜਾ ਕੇ ਉਹਦਾ ਸਰੀਰਕ ਵਿਕਾਸ ਕਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਵਾ ਜਿਹੜੀਆਂ ਪੰਜਾਬ ਦੀਆਂ ਲੋਕ ਖੇਡਾਂ। ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਦੱਸੋ ਕਿ ਲੋਕ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਕਿਵੇਂ? ਪੰਜਾਬ ਦੀਆਂ ਜਿਹੜੀਆਂ ਲੋਕ ਖੇਡਾਂ ਵਾ ਉਹਨਾਂ ਦੇ ਜੀਵਨ ਦੇ ਵਿਕਾਸ ਵਿੱਚ ਬਹੁਤ ਅਹਿਮ ਭੂਮਿਕਾ। ਅਸੀਂ ਪਾਠ ਦੇ ਵਿੱਚ ਪੜ੍ਹਿਆ ਕਿ ਇਹ ਜਿਹੜੀ ਆ ਬੱਚੇ ਦੇ ਮਨੋਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਲਈ ਵੀ ਖੇਡਾਂ ਅਹਿਮ ਰੋਲ ਅਦਾ ਕਰਦੀਆਂ। ਪੁਰਾਤਨ ਸਮੇਂ ਵਿੱਚ ਪਿੰਡ ਵਾਸੀਆਂ ਆਪਣੇ ਪਿੰਡ ਦੇ ਲੋਕ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਕਿਵੇਂ ਨਵਾਜਦੇ ਸਨ? ਕਿਵੇਂ ਨਵਾਜਦੇ ਸੀ? ਉਹਨਾਂ ਨੂੰ ਕੀ ਦਿੰਦੇ ਸੀਗੇ? ਖੁਰਾਕ, ਸਾਰੇ ਪਿੰਡ ਵਿੱਚੋਂ ਘਿਓ ਇਕੱਠਾ ਕਰਕੇ ਚੰਗੀ ਖੁਰਾਕ ਜਿਹੜੀ ਪਹਿਲਵਾਨਾਂ ਨੂੰ ਖਵਾਈ ਜਾਂਦੀ ਸੀ। ਇਸ ਤਰ੍ਹਾਂ ਜਿਹੜੇ ਸੀ ਉਹ ਲੋਕ ਆਪਣੇ ਪਿੰਡ ਦੇ ਜਿਹੜੇ ਪਹਿਲਵਾਨ ਸੀ ਉਹਨਾਂ ਦੀ ਰੱਖਿਆ ਕਰਦੇ ਸਨ ਤੇ ਉਹਨਾਂ ਦੀ ਮਦਦ ਕਰਦੇ ਸਨ। ਇਸ ਤਰ੍ਹਾਂ ਬੱਚਿਓ, ਇਸ ਦੇ ਵਿੱਚ ਤੁਹਾਨੂੰ ਕੁਝ ਛੋਟੀਆਂ ਖਾਲੀ ਥਾਵਾਂ ਭਰਨੀਆਂ ਵੀ ਆਉਣਗੀਆਂ ਤੇ ਇਹ ਵੀ ਪ੍ਰਸ਼ਨ ਪੁੱਛੇ ਜਾ ਸਕਦੇ ਹਨ ਕਿ ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਦਾ ਨਾਂ ਦੱਸੋ। ਕਿਹੜੀ ਉਹਨਾਂ ਦੀ ਮਨਪਸੰਦ ਖੇਡ ਹੈ? ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਲਿਖ ਸਕਦੇ ਜੇ ਕਿ ਆਹ ਜਿਹੜੀ ਮਨਪਸੰਦ ਖੇਡ ਵਾ। ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ, ਹਾਂ ਜਾਂ ਨਾ? ਮੁੰਡੇ ਤੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ? ਕਿਹੜੀ ਜਦੋਂ ਬਚਪਨ ਵਿੱਚ ਖੇਡਦੇ ਹੁੰਦੇ ਸੀ ਤੇ ਕਿਹੜੀ ਖੇਡ ਜਿਹੜੀ ਆ ਬਹੁਤ ਹਰਮਨ ਪਿਆਰੀ ਸੀ? ਬਾਂਦਰ ਕਿੱਲਾ। ਇਸ ਪਾਠ ਦੇ ਆਧਾਰ ਤੇ ਦੱਸੋ ਕਿ ਮੁੰਡੇ ਤੇ ਕੁੜੀਆਂ ਸਿਆਲ ਦੀ ਰੁੱਤ ਜਦੋਂ ਆਉਂਦੀ ਸੀ ਉਸ ਵਿੱਚ ਕਿਹੜੀ ਖੇਡ ਖੇਡਦੇ ਸਨ? ਬਾਂਦਰ ਕਿੱਲਾ। ਇਸ ਤਰ੍ਹਾਂ ਇਸ ਪਾਠ ਦੇ ਵਿੱਚੋਂ ਅਨੇਕਾਂ ਜਿਹੜੇ ਪ੍ਰਸ਼ਨ ਆ ਪੁੱਛੇ ਜਾਣਗੇ ਤੇ ਤੁਸੀਂ ਇਸ ਪਾਠ ਦੇ ਵਿੱਚ ਜਿਸ ਤਰ੍ਹਾਂ ਵੱਖ-ਵੱਖ ਖੇਡਾਂ ਵਾ ਉਹਨਾਂ ਦਾ ਆਪਣੇ ਦਿਮਾਗ ਵਿੱਚ ਰੱਖਣਾ ਵੀ ਕਿਹੜੀਆਂ ਖੇਡਾਂ ਆਈਆਂ, ਕਿਹੜੀਆਂ ਸਾਡੇ ਸੱਭਿਆਚਾਰ ਵਿੱਚ ਸ਼ਾਮਲ ਵਾ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਖੇਡਾਂ ਨੇ ਕਿਹੜੀਆਂ ਨਵੀਆਂ ਖੇਡਾਂ ਅਖਤਿਆਰ ਕਰ ਲਈਆਂ। ਜਿਸ ਤਰ੍ਹਾਂ ਇੱਕ ਖੇਡ ਸੀਗੀ ਜਿਹੜਾ ਪ੍ਰਸ਼ਨ ਵੀ ਆਇਆ ਕਿ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ ਤੇ ਦੱਸੋ ਕਿ ਉਹ ਕਿਹੜੀ ਲੋਕ ਖੇਡ ਹੈ ਜੋ ਕ੍ਰਿਕਟ ਦੀ ਖੇਡ ਵਿੱਚ ਜਾ ਸਮੋਈ। ਉਹ ਤੁਸੀਂ ਜਿਸ ਤਰ੍ਹਾਂ ਪਾਠ ਪੜ੍ਹਿਆ ਉਸ ਦੇ ਵਿੱਚ ਆਇਆ ਸੀ ਕਿ ਇੱਕ ਜਿਹੜੀ ਲੋਕ ਖੇਡ ਵਾ ਜਿਹੜੀ ਕ੍ਰਿਕਟ ਵਿੱਚ ਜਾ ਕੇ ਸਮੋ ਗਈ ਸੀ ਉਹ ਸੀ ਲੂਣ ਤੇ ਲੱਲੇ। ਲੂਣ ਤੇ ਲੱਲੇ ਜਿਹੜੀ ਖੇਡ ਸੀ ਉਹ ਫਿਰ ਕ੍ਰਿਕਟ ਜਿਹੜਾ ਨਵਾਂ ਰੂਪ ਉਹਦਾ ਕ੍ਰਿਕਟ ਨੇ ਲੈ ਲਿਆ। ਇਸ ਤਰ੍ਹਾਂ ਕਰਕੇ ਜਿਹੜੇ ਪ੍ਰਸ਼ਨ ਆਉਣਗੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਪਾਠ ਨੂੰ ਧਿਆਨ ਨਾਲ ਸੁਣਿਆ ਹੋਵੇਗਾ, ਸਮਝਿਆ ਹੋਵੇਗਾ ਤੇ ਤੁਸੀਂ ਇਹ ਜਿਹੜਾ ਪਾਠ ਦੇ ਮਗਰ ਜਿਹੜੇ ਅਭਿਆਸੀ ਪ੍ਰਸ਼ਨ ਵਾ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਣੇ ਦਿਮਾਗ ਵਿੱਚ ਇਹਦੇ ਉੱਤਰ ਲੱਭ ਲੈ ਆਉਣਗੇ ਤੇ ਤੁਹਾਨੂੰ ਇਹ ਪਾਠ ਬਹੁਤ ਪਸੰਦ ਆਇਆ ਹੋਵੇਗਾ। ਧੰਨਵਾਦ।